ਸ਼ਕ। ਮੱਧ ਏਸ਼ੀਆ ਤੋਂ ਆਈਆਂ ਜਾਤੀਆਂ ਵਿੱਚ ਸਿਥੀਅਨਸ ਇੱਕ ਕਬੀਲਾ ਸੀ ਜਿਨ੍ਹਾਂ ਨੂੰ ਸ਼ਕ ਵੀ ਕਿਹਾ ਜਾਂਦਾ ਸੀ। ਇਹ ਹਮਲਾਵਰ ਦੇ ਰੂਪ ਵਿੱਚ ਭਾਰਤ ਵਿੱਚ ਆਏ ਅਤੇ ਇੱਥੇ ਹੀ ਵਸ ਗਏ। ਇਹ ਭਾਰਤ ਵਿੱਚ ਆਏ ਤਾਂ ਹਮਲਾ ਕਰਨ ਸੀ, ਪਰ ਇੱਥੇ ਹੀ ਰਹਿਣ ਲੱਗ ਗਏ। ਸ਼ੁਰੂ ਵਿੱਚ ਸ਼ਕਾਂ ਦੀਆਂ ਬਸਤੀਆਂ ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ। ਜੇਕਰ ਯਾਦ ਕਰਨਾ ਤਾਂ ਯਾਦ ਕਰਨ ਵਾਸਤੇ ਸੋਚ ਸਕਦੇ ਹਾਂ ਸ਼ੱਕ ਹੋਣਾ, ਭਾਵ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਾ ਰਹਿਣਾ। ਜਦੋਂ ਸ਼ੱਕ ਹੋ ਜੇ ਤਾਂ ਸ਼ੱਕ ਇੱਕ ਇਹੋ ਜਿਹੀ ਬਿਮਾਰੀ ਹੈ ਤਾਂ ਬੰਦਾ ਜਿੰਨਾ ਮਰਜ਼ੀ ਮੱਥਾ ਮਾਰੀ ਜਾਵੇ, ਜਿੰਨਾ ਮਰਜ਼ੀ ਕੋਈ ਆਪਦੇ ਗੱਲਾਂ ਦੇ ਉੱਤਰ ਦੇਈ ਜਾਵੇ ਅਤੇ ਜਿੰਨੇ ਮਰਜ਼ੀ ਕੋਈ ਵਿਚਕਾਰ ਕੋਈ ਮੱਧ ਵਿੱਚ ਵਿਚੋਲੇ ਪਾ ਲਏ, ਪਰ ਸ਼ੱਕ ਇਹੋ ਜਿਹੀ ਚੀਜ਼ ਆ ਇੱਕ ਦੇ ਮਨ ਦੇ ਵਿੱਚੋਂ ਨਹੀਂ ਨਿਕਲਦਾ। ਤਾਂ ਸ਼ੱਕ ਦੇ ਨਾਲ ਜੋੜ ਕੇ ਅਸੀਂ ਉੱਤਰ ਪੱਛਮੀ ਪੰਜਾਬ, ਦੇਖੋ ਉੱਤਰ ਦੇਈ ਜਾਵੇ, ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮੱਥਾ ਜਿੰਨਾ ਮਰਜ਼ੀ ਮਰੀ ਜਾਵੇ ਅਗਲਾ, ਮਥੁਰਾ, ਮੱਧ ਭਾਵ ਜਿੰਨੇ ਮਰਜ਼ੀ ਵਿਚੋਲੇ ਆ ਜਾਣ ਪਰ ਗੱਲ ਨਹੀਂ ਬਣਦੀ। ਤਾਂ ਜੋ ਇਹਨਾਂ ਦੇ ਖੇਤਰ ਸੀਗੇ, ਤਾਂ ਸ਼ੁਰੂ ਵਿੱਚ ਇਹਨਾਂ ਦੇ ਖੇਤਰ ਸੀ ਸ਼ਕਾਂ ਦੇ ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ। ਪਰੰਤੂ ਬਾਅਦ ਵਿੱਚ ਪੱਛਮੀ ਭਾਰਤ ਅਤੇ ਗੁਜਰਾਤ, ਪਰ ਹੌਲੀ ਹੌਲੀ ਕਰਦੇ ਹੋਏ ਇਹ ਪੱਛਮੀ ਭਾਰਤ ਦੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ, ਪੱਛਮੀ ਭਾਰਤ ਦੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਦਾ ਖੇਤਰ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ ਸ਼ਕਾਂ ਦਾ। ਅੱਜ ਕੱਲ੍ਹ ਲੋਕ ਕਿਸ ਦੀ ਸਰਕਾਰ 'ਤੇ ਸ਼ੱਕ ਕਰ ਰਹੇ ਨੇ, ਕਿਸ ਦੇ ਵਿਰੁੱਧ ਇੰਨੇ ਅੰਦੋਲਨ ਹੋ ਰਹੇ ਨੇ? ਮੋਦੀ ਸਰਕਾਰ ਦੇ ਵਿਰੁੱਧ। ਤਾਂ ਜੋ ਮੋਦੀ ਸਾਡੇ ਜੋ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹ ਕਿੱਥੋਂ ਦੇ ਵਾਸੀ ਨੇ? ਪਹਿਲਾਂ ਕਿੱਥੋਂ ਦੇ ਮੁੱਖ ਮੰਤਰੀ ਰਹੇ ਨੇ? ਗੁਜਰਾਤ ਦੇ। ਤਾਂ ਉਹਨਾਂ 'ਤੇ ਵੀ ਅੱਜ ਕੱਲ੍ਹ ਲੋਕ ਸ਼ੱਕ ਕਰਦੇ ਨੇ। ਤਾਂ ਫਿਰ ਜੋੜ ਸਕਦੇ ਹਾਂ ਗੁਜਰਾਤ, ਬਾਅਦ ਦੇ ਵਿੱਚ ਭਾਰਤ ਦੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਦਾ ਖੇਤਰ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ। ਰੁਦਰ ਦਾਮਨ ਪਹਿਲਾ, ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ। ਰੁਦਰ ਦਾਮਨ ਪਹਿਲਾ ਜਿਸ ਨੇ 200 ਈਸਵੀ, ਹੁਣ 200 ਆ, ਹੁਣ 2020 2021 ਕਹਿ ਸਕਦੇ, ਤਾਂ ਇਸ ਨਾਲ ਅਸੀਂ ਜੋੜ ਸਕਦੇ ਹਾਂ ਹੁਣ ਵੀ ਸੀ ਨਰਿੰਦਰ ਮੋਦੀ ਜੋ ਗੁਜਰਾਤ ਦੇ ਪਹਿਲਾਂ CM ਰਹੇ ਨੇ। ਤਾਂ ਰੁਦਰ ਦਾਮਨ ਪਹਿਲਾ ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ, ਬਹੁਤ ਮਸ਼ਹੂਰ ਸ਼ਕ ਰਾਜਾ ਸੀ। ਸੁਦਰਸ਼ਨ ਝੀਲ ਸੀ, ਉਹ ਬਣਾਈ ਸੀ ਚੰਦਰਗੁਪਤ ਮੌਰਿਆ ਨੇ, ਪਰ ਬਾਅਦ ਦੇ ਵਿੱਚ ਇਸ ਦੀ ਮੁਰੰਮਤ ਕਰਾਈ ਸੀ ਰੁਦਰ ਦਾਮਨ ਨੇ, ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ ਸੀ। ਚੌਥੀ ਸਦੀ ਦੇ ਅਖੀਰ ਵਿੱਚ ਗੁਪਤ ਸਮਰਾਟ ਚੰਦਰਗੁਪਤ II ਵਿਕਰਮਾਦਿੱਤਿਆ ਨੇ ਸ਼ਕਾਂ ਨੂੰ ਹਰਾ ਕੇ ਉਹਨਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਸੀ, ਭਾਵ ਸ਼ਕਾਂ ਨੂੰ ਕੱਢ ਦਿੱਤਾ। ਉਹਨਾਂ ਨੂੰ ਗੁਜਰਾਤ ਅਤੇ ਜੋ ਮੱਧ ਪ੍ਰਦੇਸ਼ ਦੇ ਖੇਤਰ ਸੀ ਉਜੈਨ ਤੇ, ਉੱਥੇ ਉਹਨਾਂ ਨੂੰ ਕੱਢ ਦਿੱਤਾ ਅਤੇ ਸ਼ਕਾਂ ਦੀ ਸ਼ਕਤੀ ਦਾ ਬਿਲਕੁਲ ਅੰਤ ਹੋ ਗਿਆ। ਤਾਂ ਦੇਖੋ, ਕੋਈ ਜਿੰਨਾ ਮਰਜ਼ੀ ਮੱਥਾ ਮਰੀ ਜਾਵੇ, ਜਿੰਨੇ ਮਰਜ਼ੀ ਉੱਤਰ ਦੇਈ ਜਾਵੇ, ਜਿੰਨੇ ਮਰਜ਼ੀ ਕੋਈ ਮੱਧ ਦੇ ਵਿੱਚ ਭਾਵ ਵਿਚਕਾਰ ਵਿਚੋਲੇ ਪਾ ਲਈਏ, ਪਰ ਜੋ ਸ਼ੱਕ ਹਮੇਸ਼ਾ ਸ਼ੱਕ ਹੀ ਰਹਿੰਦਾ। ਤਾਂ ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਦਾ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ। ਹੌਲੀ ਹੌਲੀ ਕਿੱਥੇ? ਗੁਜਰਾਤ, ਪੱਛਮੀ ਗੁਜਰਾਤ ਦਾ ਖੇਤਰ ਅਤੇ ਮੱਧ ਪ੍ਰਦੇਸ਼ ਦਾ ਉਜੈਨ ਦੇ ਖੇਤਰ ਵਿੱਚ ਇਹਨਾਂ ਦਾ ਕੇਂਦਰ ਬਣ ਗਿਆ ਸੀ। ਰੁਦਰ ਦਾਮਨ ਪਹਿਲਾ ਇਹਨਾਂ ਦਾ ਇੱਕ ਮਸ਼ਹੂਰ ਸ਼ਕ ਰਾਜਾ ਸੀ। ਚੌਥੀ ਸਦੀ ਦੇ ਅਖੀਰ ਵਿੱਚ ਗੁਪਤ ਸਮਰਾਟ ਚੰਦਰਗੁਪਤ II ਵਿਕਰਮਾਦਿੱਤਿਆ ਨੇ ਸ਼ਕਾਂ ਨੂੰ ਜਿੱਤ ਕੇ ਉਹਨਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਸੀ। ਇਸ ਤੋਂ ਅੱਗੇ ਹੈਗਾ ਪੱਲਵ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਪਾਰਥੀਅਨ ਕਹਿੰਦੇ ਹਨ। ਈਰਾਨ ਤੋਂ ਭਾਰਤ ਆਉਣ ਵਾਲਾ ਇੱਕ ਹੋਰ ਵਿਦੇਸ਼ੀ ਕਬੀਲਾ ਸੀ। ਜੋ ਪੱਲਵ ਸਨ, ਪਾਰਥੀਅਨ, ਇਹ ਈਰਾਨ ਤੋਂ ਭਾਰਤ ਆਏ ਸਨ। ਗੋਂਡੋਫਰਨੀਜ਼ ਇਹਨਾਂ ਦਾ ਇੱਕ ਮਸ਼ਹੂਰ ਰਾਜਾ ਸੀ। ਉਸਨੇ ਬਹੁਤ ਸਾਰੇ ਤਾਂਬੇ ਦੇ ਸਿੱਕੇ ਜਾਰੀ ਕੀਤੇ। ਪੋਲਾ, ਤਾਂ ਜੋ ਤਾਂਬਾ ਹੁੰਦਾ ਗਾ, ਇੱਕ ਪੋਲੀ ਧਾਤ ਆ ਗਈ ਲੋਹੇ ਦੇ ਨਾਲੋਂ ਪੋਲੀ ਧਾਤ, ਤਾਂ ਪੱਲਵ ਨੂੰ ਜੋੜ ਲਿਓ ਪੋਲਾ, ਤਾਂ ਪੋਲਾ ਕੀ ਹੈ? ਲੋਹਾ, ਤਾਂਬਾ।
बहुत सारे तांबे के सिक्के जारी किए। पल्लव राज, देखो पप्पा पल्लव, पल्लव के तिने पप्पे, पल्लव पप्पे ते पल्लव, पप्पे ते पंजाब, पप्पे ते पश्चिमी उत्तर प्रदेश। ये जोड़ सकते हैं पल्लव नाल पप्पे, पश्चिमी उत्तर प्रदेश, पंजाब तक ही फैलिया। जिवें शक कोई जिन्ना मर्जी मत्था मार ले, जिन्ने मर्जी उत्तर दे ले, जिन्ने मर्जी मध्य विच पा ले, पर गल नहीं बनती। तो उत्थे की कीता उसने, उत्तर पश्चिमी पंजाब, उत्तर प्रदेश का मथुरा ਅਤੇ मध्य भारत, बाद ਦੇ ਵਿੱਚ गुजरात ਅਤੇ मध्य प्रदेश का उज्जैन। पल्लव पप्पे, पल्लव तो पंजाब, पप्पे तो ही पश्चिमी उत्तर प्रदेश तक ही फैलिया सी। ਗੋਂਡੋ ਫਰਨੀਸ ਦੀ ਮੌਤ ਦੇ ਬਾਅਦ ਪੱਲਵ ਰਾਜ ਦਾ ਅੰਤ ਹੋ ਗਿਆ ਅਤੇ ਉਸ ਸਮੇਂ ਦੇ ਨਾਲ ਨਾਲ ਭਾਰਤੀ ਸਮਾਜ ਦਾ ਹਿੱਸਾ ਬਣ ਗਏ। ਤਾਂ ਦੇਖੋ ਜੇ ਯਾਦ ਕਰਨਾ ਤਾਂ ਅਸੀਂ ਆਮ ਤੌਰ 'ਤੇ ਕਹਿੰਦੇ SP, ਤਾਂ ਪਹਿਲਾਂ ਸ਼ਕ, P ਤੇ ਪੱਲਵ, ਫਿਰ ਕੁਸ਼ਾਨ। ਜੋ ਜਿਵੇਂ ਇਸ ਤਰ੍ਹਾਂ ਹੀ ਪੱਲਵ ਦੇ ਪੱਪਾ ਪੰਜਾਬ, ਪੱਪਾ ਪੱਛਮੀ ਉੱਤਰ ਪ੍ਰਦੇਸ਼, ਇਸੇ ਤਰ੍ਹਾਂ ਕੁਸ਼ਾਨ ਕੱਕਾ, ਇਹਦੇ ਸਾਰੇ ਸ਼ਬਦ ਜੋ ਮੇਨ ਗੱਲਾਂ ਨੇ ਕੱਕੇ ਨਾਲ ਸ਼ੁਰੂ ਹੋਣਗੀਆਂ। ਮੱਧ ਏਸ਼ੀਆ ਤੋਂ ਆਏ ਸਾਰੇ ਕਬੀਲਿਆਂ ਵਿੱਚ ਕੁਸ਼ਾਨ ਸਭ ਤੋਂ ਮਹੱਤਵਪੂਰਨ ਸਨ। ਉਹ ਚੀਨ ਦੀ ਸਰਹੱਦ ਉੱਤੇ ਰਹਿਣ ਵਾਲੇ ਸਨ। ਪੱਛਮ ਦਿਸ਼ਾ ਵੱਲ ਯਾਤਰਾ ਕਰਦੇ ਹੋਏ 100 ਈਸਵੀ ਪੂਰਵ ਵਿੱਚ ਅਫਗਾਨਿਸਤਾਨ ਪਹੁੰਚ ਗਏ। ਇਹਨਾਂ ਦੇ ਰਾਜਾ, ਦੇਖੋ ਕੁਸ਼ਾਨ ਕੱਕਾ, ਇਹਨਾਂ ਦੇ ਰਾਜਾ ਕੰਜ਼ੂਲ ਕੈਂਟਫਿਸਿਸ, ਉਹ ਵੀ ਕੱਕਾ, ਦੇਖੋ ਕੁਸ਼ਾਨ ਦਾ ਵੀ ਕੱਕਾ, ਕੰਜ਼ੂਲ ਦਾ ਵੀ ਕੱਕਾ, ਕੈਂਟਫਿਸਿਸ ਦਾ ਵੀ ਕੱਕਾ। ਇਹਨਾਂ ਦੇ ਰਾਜਾ ਕੰਜ਼ੂਲ ਕੈਂਟਫਿਸਿਸ ਨੇ ਪੰਜਾਬ 'ਤੇ ਅਧਿਕਾਰ ਕਰ ਲਿਆ। ਪੰਜਾਬ 'ਤੇ ਅਧਿਕਾਰ ਤਾਂ ਜਿੰਨੇ ਹਮਲਾਵਰ ਆਏ ਉਹ ਕਰਦੇ ਫਿਰ ਹੀ ਅੱਗੇ ਵਧਦੇ ਸੀ ਭਾਰਤ ਦੇ ਖੇਤਰਾਂ 'ਚ। ਇਸ ਵੰਸ਼ ਦਾ ਦੇਖੋ ਫਿਰ ਕੱਕਾ ਕਨਿਸ਼ਕ ਸੀ। ਉਸਨੇ 78 ਈਸਵੀ ਤੋਂ ਲੈ ਕੇ 102 ਈਸਵੀ ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਸੀ। ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ। ਉਸ ਦੇ ਰਾਜ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ ਅਤੇ ਵਲਖ ਸ਼ਾਮਿਲ ਸਨ। ਉਸਨੇ ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ ਸੀ। ਕੁਸ਼ਾਨ ਕਾਲ ਅਤੇ ਮੌਰਿਆ ਵੰਸ਼, ਇਹਨਾਂ ਦਾ ਆਪਸ ਦੇ ਵਿੱਚ ਭਾਵੇਂ ਮੌਰਿਆ ਵੰਸ਼ ਬਹੁਤ ਚਿਰ ਪਹਿਲਾਂ ਹੋਇਆ ਅਤੇ ਕੁਸ਼ਾਨ ਕਾਲ ਬਾਅਦ ਦੇ ਵਿੱਚ ਹੋਇਆ, ਪਰ ਜੋ ਜਿੱਤਾਂ ਦਾ ਸੰਬੰਧ ਜੋੜੀਏ, ਜੋ ਇਹਨਾਂ ਦੇ ਅੰਡਰ ਖੇਤਰਫਲ ਸੀ, ਉਹ ਲਗਭਗ ਕੁਸ਼ਾਨ ਕਾਲ ਅਤੇ ਮੌਰਿਆ ਕਾਲ ਦੇ ਲਗਭਗ ਬਰਾਬਰ ਜੇ ਸਨ। ਜਿਵੇਂ ਅਸੀਂ ਨੇ ਕੀਤਾ ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ। ਤਾਂ ਜਿਹੜਾ ਮੌਰਿਆ ਸਮਰਾਜ ਸੀ, ਮੌਰਿਆ ਸਮਰਾਜ ਦੀ ਰਾਜਧਾਨੀ ਹੀ ਪਾਟਲੀਪੁੱਤਰ ਸੀ, ਵਰਤਮਾਨ ਪਟਨਾ, ਜੋ ਕਿ ਬਿਹਾਰ ਦੀ ਰਾਜਧਾਨੀ ਹੈ। ਦੇਖੋ ਪਹਿਲੀ ਗੱਲ, ਜੋ ਮੌਰਿਆ ਸਮਰਾਜ ਸੀ ਉਸਦੀ ਰਾਜਧਾਨੀ ਸੀ ਪਾਟਲੀਪੁੱਤਰ, ਵਰਤਮਾਨ ਪਟਨਾ, ਜੋ ਕਿ ਅੱਜ ਕੱਲ੍ਹ ਵਰਤਮਾਨ ਸਮੇਂ ਬਿਹਾਰ ਦੀ ਰਾਜਧਾਨੀ ਆ। ਤਾਂ ਅਸੀਂ ਸਮਝ ਗਏ, ਜੇਕਰ ਮੌਰਿਆ ਸਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀ ਤਾਂ ਕਨਿਸ਼ਕ ਦਾ ਖੇਤਰ ਵੀ ਬਿਹਾਰ ਤੱਕ ਫੈਲਿਆ ਹੋਇਆ ਸੀ। ਫਿਰ ਉਸ ਤੋਂ ਬਾਅਦ ਅਸੀਂ ਮੌਰਿਆ ਕਾਲ ਦੇ ਬਾਰੇ ਪੜ੍ਹਿਆ ਸੀ ਕਿ ਚੰਦਰਗੁਪਤ ਮੌਰਿਆ ਨੇ ਸੈਲਿਊਕਸ ਨਿਕਟਰ ਨੂੰ ਹਰਾਇਆ ਸੀ, ਜੋ ਕਿ ਉਸ ਸਮੇਂ ਅਫਗਾਨਿਸਤਾਨ ਦਾ ਗਵਰਨਰ ਨਿਯੁਕਤ ਕਰਕੇ ਗਿਆ ਸੀ ਸਿਕੰਦਰ। ਤਾਂ ਜੋ ਕੁਸ਼ਾਨ ਸੀ, ਇਹਨਾਂ ਦਾ ਵੀ ਅਧਿਕਾਰ ਅਫਗਾਨਿਸਤਾਨ ਤੱਕ ਹੋ ਗਿਆ ਸੀ। ਫਿਰ ਜੋ ਚੰਦਰਗੁਪਤ ਮੌਰਿਆ ਸੀ, ਦੱਖਣ ਵਿੱਚ ਉਸ ਦਾ ਰਾਜ ਕਰਨਾਟਕ ਤੱਕ ਫੈਲਿਆ ਹੋਇਆ ਸੀ। ਤਾਂ ਜੋ ਕੁਸ਼ਾਨ ਸੀ, ਇਹਨਾਂ ਦਾ ਦੱਖਣ ਵਿੱਚ ਰਾਜ ਪੱਛਮ ਵਿੱਚ ਗੁਜਰਾਤ ਤੱਕ। ਗੁਜਰਾਤ ਤੋਂ ਅੱਗੇ ਜੇ ਅਸੀਂ ਪਾਕਿਸਤਾਨ ਵਾਲੇ ਪਾਸੇ ਜਾਈਏ ਤਾਂ ਸਿੰਧ ਤੋਂ ਅੱਗੇ ਸਾਡਾ ਅਫਗਾਨਿਸਤਾਨ ਤੋਂ ਜੋ ਮੱਧ ਏਸ਼ੀਆ ਦਾ ਖੇਤਰ ਆ ਵਲਖ ਉੱਤੇ ਵੀ ਕਨਿਸ਼ਕ ਦਾ ਰਾਜ ਹੋ ਗਿਆ ਸੀ। ਤਾਂ ਉਸ ਦੇ ਰਾਜ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ ਅਤੇ ਵਲਖ ਸ਼ਾਮਿਲ ਸਨ। ਉਸਨੇ ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ ਸੀ। ਜੇਕਰ ਅਸੀਂ ਇਹ ਨਕਸ਼ਾ ਦੇਖੀਏ, ਇਹ ਨਕਸ਼ਾ ਹੈ ਮੌਰਿਆ ਸਮਰਾਜ ਦਾ। ਜੋ ਇਹ ਨਕਸ਼ਾ ਹੈ, ਇਹ ਹੈ ਸਾਡਾ ਮੌਰਿਆ ਸਮਰਾਜ ਦਾ। ਦੇਖੋ ਜੋ ਮੌਰਿਆ ਸਮਰਾਜ ਸੀ,
ਉਸ ਦਾ ਵੀ ਜੋ ਖੇਤਰਫਲ ਸੀ ਇਹ ਤਕਸ਼ੀਲਾ, ਸ਼ਾਹਬਾਜ਼ਗੜੀ, ਅਫਗਾਨਿਸਤਾਨ ਤੱਕ ਸੀਗਾ। ਜੋ ਮੌਰਿਆ ਸਾਮਰਾਜ ਸੀ ਉਸਦਾ ਖੇਤਰਫਲ ਵੀ ਅਫਗਾਨਿਸਤਾਨ ਤੱਕ ਸੀ। ਅਫਗਾਨਿਸਤਾਨ ਤੋਂ ਅੱਗੇ ਮੱਧ ਏਸ਼ੀਆ ਬਲਖ ਤੱਕ, ਜੋ ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਬਲਖ ਕੰਧਾਰ, ਉੱਧਰ ਤੱਕ ਇਹਦਾ ਖੇਤਰ ਚਲਾ ਗਿਆ ਸੀ। ਅਤੇ ਇਸੇ ਤਰ੍ਹਾਂ ਬਿਲਕੁਲ ਜੋ ਕਨਿਸ਼ਕ ਸੀ ਕੁਸ਼ਾਣ ਕਾਲ ਦਾ, ਤਾਂ ਅਸੀਂ ਪੜ੍ਹਿਆ ਹੈਗਾ ਮੱਧ ਭਾਰਤ, ਮੱਧ ਪ੍ਰਦੇਸ਼, ਉਜੈਨ, ਮੱਧ ਪ੍ਰਦੇਸ਼, ਮੱਧ ਭਾਰਤ ਦੇ ਨਾਲ ਹੀ ਸਾਡਾ ਗੁਜਰਾਤ, ਗੁਜਰਾਤ ਤੋਂ ਅੱਗੇ ਸਾਡਾ ਆ ਜਾਂਦਾ ਸਿੰਧ, ਸਿੰਧ ਤੋਂ ਅੱਗੇ ਸਾਡਾ ਪੰਜਾਬ, ਜੋ ਸਾਡਾ ਪਾਕਿਸਤਾਨੀ ਪੰਜਾਬ ਹੈ, ਪੱਛਮੀ ਪੰਜਾਬ। ਦੇਖੋ ਦੁਬਾਰੇ ਦੇਖ ਲਓ, ਮੱਧ ਭਾਰਤ, ਮੱਧ ਪ੍ਰਦੇਸ਼, ਗੁਜਰਾਤ, ਸਿੰਧ ਤੋਂ ਪੰਜਾਬ, ਜੋ ਸਾਡਾ ਪਾਕਿਸਤਾਨ ਵਾਲਾ ਹਿੱਸਾ ਹੈ ਉਸ ਨੂੰ ਪਹਿਲਾਂ ਪੰਜਾਬ ਕਹਿੰਦੇ ਸੀ, ਠੀਕ ਹੈ। ਉਸ ਤੋਂ ਅੱਗੇ ਸਾਡਾ ਆ ਜਾਂਦਾ ਗਾ ਅਫਗਾਨਿਸਤਾਨ, ਅਫਗਾਨਿਸਤਾਨ ਤੋਂ ਅੱਗੇ ਸਾਡਾ ਉੱਪਰ ਆ ਜਾਂਦਾ ਬਲਖ। ਇੱਕ ਵਾਰ ਅਸੀਂ ਦੁਬਾਰਾ ਦੇਖ ਸਕਦੇ ਹਾਂ। ਦੇਖੋ ਮੱਧ ਭਾਰਤ, ਮੱਧ ਪ੍ਰਦੇਸ਼ ਦਾ ਖੇਤਰ, ਗੁਜਰਾਤ ਦਾ ਖੇਤਰ, ਫਿਰ ਪੰਜਾਬ, ਪੰਜਾਬ ਸਾਡਾ ਜੋ ਪਾਕਿਸਤਾਨ ਦਾ ਹਿੱਸਾ, ਸਿੰਧ ਦਰਿਆ, ਸਿੰਧ ਦਾ ਖੇਤਰ, ਸਿੰਧ ਦੇ ਨਾਲ ਅਫਗਾਨਿਸਤਾਨ ਆ ਜਾਂਦਾ, ਅਫਗਾਨਿਸਤਾਨ ਦੇ ਨਾਲ ਸਾਡਾ ਅੱਗੇ ਉੱਪਰ ਮੱਧ ਏਸ਼ੀਆ 'ਚ ਬਲਖ। ਦੁਬਾਰਾ ਦੇਖ ਸਕਦੇ ਹਾਂ। ਜੋ ਸ਼ੱਕ ਸੀ ਉਹਨਾਂ ਦਾ ਖੇਤਰਫਲ ਕਿਹੜਾ ਸੀ, ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ, ਬਲਖ। ਬਲਖ ਤੱਕ ਕਨਿਸ਼ਕ ਦਾ ਰਾਜ ਹੋ ਗਿਆ ਸੀ। ਜੇ ਇਸੇ ਤਰ੍ਹਾਂ ਅਸੀਂ ਮੌਰਿਆ ਸਾਮਰਾਜ ਦੀ ਗੱਲ ਕਰੀਏ, ਹੇਠਾਂ ਮੈਂ ਮੌਰਿਆ ਸਾਮਰਾਜ ਬਾਰੇ ਲਿਆ। ਚੰਦਰਗੁਪਤ ਮੌਰਿਆ ਸਾਰੇ ਭਾਰਤ ਨੂੰ ਇੱਕ ਸੂਤਰ ਵਿੱਚ ਪਰੋਣ ਵਾਲਾ ਪਹਿਲਾ ਰਾਜਾ ਸੀ। ਉਸਨੇ ਸੈਲਿਊਕਸ, ਜਿਸ ਨੂੰ ਸਿਕੰਦਰ ਨੇ ਭਾਰਤ ਤੋਂ ਵਾਪਸ ਜਾਣ ਸਮੇਂ ਅਫਗਾਨਿਸਤਾਨ ਦਾ ਰਾਜਾ ਬਣਾ ਦਿੱਤਾ ਸੀ। ਦੇਖੋ ਚੰਦਰਗੁਪਤ ਮੌਰਿਆ ਨੇ ਅਫਗਾਨਿਸਤਾਨ ਦੀ ਜਿੱਤ ਪ੍ਰਾਪਤ ਕੀਤੀ ਸੀ, ਇਸੇ ਤਰ੍ਹਾਂ ਕਨਿਸ਼ਕ ਨੇ। ਇਸ ਹਾਰ ਤੋਂ ਬਾਅਦ ਸੈਲਿਊਕਸ ਨੂੰ ਅਫਗਾਨਿਸਤਾਨ ਦਾ ਇੱਕ ਵੱਡਾ ਹਿੱਸਾ ਚੰਦਰਗੁਪਤ ਨੂੰ ਦੇਣਾ ਪਿਆ, ਜਿਹੜਾ ਕਿ ਮੌਰਿਆ ਸਾਮਰਾਜ ਦਾ ਹਿੱਸਾ ਬਣ ਗਿਆ। ਚੰਦਰਗੁਪਤ ਮੌਰਿਆ ਦਾ ਸਾਮਰਾਜ ਉੱਤਰ ਪੱਛਮ ਵਿੱਚ ਅਫਗਾਨਿਸਤਾਨ, ਤਾਂ ਦੇਖੋ ਚੰਦਰਗੁਪਤ ਮੌਰਿਆ ਦਾ ਜੋ ਖੇਤਰ ਸੀ ਉਹ ਉੱਤਰ ਪੱਛਮ ਵਿੱਚ ਅਫਗਾਨਿਸਤਾਨ ਤੱਕ, ਪਰ ਜੋ ਕਨਿਸ਼ਕ ਸੀ ਉਸ ਦਾ ਅੱਗੇ ਬਲਖ ਤੱਕ ਪਹੁੰਚ ਗਿਆ ਸੀ। ਅਫਗਾਨਿਸਤਾਨ ਤੋਂ ਲੈ ਕੇ ਦੱਖਣ ਵਿੱਚ ਕਰਨਾਟਕ ਅਤੇ ਪੂਰਬ ਵਿੱਚ ਅਸਾਮ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਫੈਲਿਆ ਹੋਇਆ ਸੀ। ਇਸੇ ਤਰ੍ਹਾਂ ਜੋ ਕਨਿਸ਼ਕ ਸੀ ਜਿਸ ਦਾ ਖੇਤਰਫਲ ਪੂਰਬ ਵਿੱਚ ਬਿਹਾਰ, ਗੁਜਰਾਤ, ਮੱਧ ਭਾਰਤ, ਪੰਜਾਬ, ਸਿੰਧ, ਅਫਗਾਨਿਸਤਾਨ, ਬਲਖ ਤੱਕ ਫੈਲਿਆ ਹੋਇਆ ਸੀ। ਸਾਡਾ ਮਤਲਬ ਕਹਿਣ ਦਾ ਇਹ ਆ, ਅਸੀਂ ਮੌਰਿਆ ਸਾਮਰਾਜ ਅਤੇ ਕੁਸ਼ਾਣ ਕਾਲ ਅਤੇ ਮੌਰਿਆ ਸਾਮਰਾਜ ਨੂੰ ਅਸੀਂ ਬਰਾਬਰ ਰੱਖ ਕੇ ਯਾਦ ਕਰ ਸਕਦੇ ਹਾਂ। ਅਸ਼ੋਕ ਦੀ ਤਰ੍ਹਾਂ ਕਨਿਸ਼ਕ ਵੀ ਬੁੱਧ ਧਰਮ ਨੂੰ ਮੰਨਦਾ ਸੀ। ਦੇਖੋ ਅਸ਼ੋਕ ਵੀ ਮੰਨਦਾ ਸੀ ਮੌਰਿਆ ਸਾਮਰਾਜ ਦਾ, ਕਨਿਸ਼ਕ ਵੀ। ਉਸਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਸੀ, ਜਿਸ ਨੂੰ ਚੌਥੀ ਬੁੱਧ ਸਭਾ ਕਿਹਾ ਜਾਂਦਾ ਹੈ। ਦੇਖੋ ਆਮ ਤੌਰ 'ਤੇ ਕੁਐਸਚਨ ਆਉਂਦਾ ਵੀ ਚੌਥੀ ਬੋਧੀ ਸਭਾ ਕਦੋਂ ਹੋਈ ਸੀ, ਕਿੱਥੇ ਹੋਈ ਸੀ, ਕਿਸ ਦੇ ਸਮੇਂ ਹੋਈ ਸੀ। ਤਾਂ ਚੌਥੀ ਬੋਧੀ ਸਭਾ ਕਸ਼ਮੀਰ ਦੇ ਵਿੱਚ ਹੋਈ ਸੀ। ਕਿਹਦੇ ਸਮੇਂ ਹੋਈ ਸੀ? ਕਨਿਸ਼ਕ ਦੇ ਸਮੇਂ ਹੋਈ ਸੀ। ਕਿਹੜੇ ਕਾਲ ਦਾ ਸੀ, ਕਿਹੜੇ ਵੰਸ਼ ਦਾ ਸੀ ਉਹ? ਕੁਸ਼ਾਣ ਦਾ। ਉਸ ਨੇ ਬਹੁਤ ਸਾਰੇ ਬੌਧ ਸਤੂਪ ਅਤੇ ਵਿਹਾਰ ਵੀ ਬਣਾਏ। ਉਸ ਦੇ ਦਰਬਾਰ ਵਿੱਚ ਅਸ਼ਵ ਘੋਸ਼ ਅਤੇ ਹੋਰ ਕਈ ਬੌਧ ਵਿਦਵਾਨ ਰਹਿੰਦੇ ਸਨ। ਉਹ ਕਲਾ ਦਾ ਵੀ ਸਰਪ੍ਰਸਤ ਸੀ, ਜਿਸ ਤਰ੍ਹਾਂ ਮੌਰਿਆ ਸਾਮਰਾਜ ਵਾਲੇ। ਉਸ ਦੇ ਸਮੇਂ ਬੁੱਧ ਦੀਆਂ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਜੋ ਬੁੱਧ ਦੀਆਂ ਸੁੰਦਰ ਮੂਰਤੀਆਂ ਸੀ, ਇਹ ਕੁਸ਼ਾਣ ਕਾਲ ਦੇ ਸਮੇਂ, ਕਨਿਸ਼ਕ ਦੇ ਸਮੇਂ ਜੋ ਬੁੱਧ ਦੀਆਂ ਮੂਰਤੀਆਂ ਬਣਨੀਆਂ ਸ਼ੁਰੂ ਹੋਈਆਂ ਸੀ, ਕਿਉਂਕਿ ਕਨਿਸ਼ਕ ਦੇ ਸਮੇਂ ਹੀ ਬੁੱਧ ਧਰਮ ਮਹਾਂਜਾਨ ਅਤੇ ਹੀਨਜਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਤਾਂ ਪਹਿਲੀ ਵਾਰੀ ਜੋ ਬੁੱਧ ਦੀ ਮੂਰਤੀ ਪੂਜਾ ਸ਼ੁਰੂ ਹੋਈ ਸੀ ਉਹ ਕਨਿਸ਼ਕ ਦੇ ਸਮੇਂ, ਕੁਸ਼ਾਣ ਕਾਲ ਦੇ ਸਮੇਂ ਸ਼ੁਰੂ ਹੋਈ ਸੀ। ਉਸ ਦੇ ਸਮੇਂ ਬੁੱਧ ਦੀਆਂ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਉੱਤਰ ਪੱਛਮੀ ਪਾਕਿਸਤਾਨ ਵਿੱਚ ਗੰਧਾਰ ਦਾ ਖੇਤਰ ਬੌਧ ਕਲਾ ਲਈ ਪ੍ਰਸਿੱਧ ਸੀ। ਉੱਤਰ ਪੱਛਮ ਵਿੱਚ ਜਦੋਂ ਅਸੀਂ ਉੱਪਰ ਦੇਖਦੇ ਹਾਂ ਤਾਂ ਸਾਡੇ ਬਿਲਕੁਲ ਗੰਧਾਰ, ਜਿਸ ਦੀ ਰਾਜਧਾਨੀ ਤਕਸ਼ੀਲਾ ਵਿਸ਼ਵ ਵਿਦਿਆਲਿਆ ਬਹੁਤ ਪ੍ਰਸਿੱਧ ਰਿਹਾ। ਅਤੇ ਮੌਰਿਆ ਸਾਮਰਾਜ ਦੇ ਸਮੇਂ ਤਕਸ਼ੀਲਾ, ਵਾਰਾਣਸੀ ਅਤੇ ਪਾਟਲੀਪੁੱਤਰ। ਮੌਰਿਆ ਸਾਮਰਾਜ ਦੇ ਸਮੇਂ ਅਸੀਂ ਇੱਥੇ ਇੱਕ ਵੱਖਰਾ ਪੇਜ ਲਿਆ ਹੈ।
ਮੌਰੀਆ ਸਮਰਾਜ ਦੇ ਸਮੇਂ ਤਕਸ਼ੀਲਾ, ਪਾਟਲੀਪੁੱਤਰ ਅਤੇ ਵਾਰਾਣਸੀ। ਦੇਖੋ ਜੋ ਤਕਸ਼ੀਲਾ ਹੈ ਕਿਹਦੀ ਰਾਜਧਾਨੀ ਆ, ਉਹ ਗੰਧਾਰ। ਤਾਂ ਕੁਸ਼ਾਣ ਕਾਲ ਦੇ ਸਮੇਂ ਗੰਧਾਰ ਕਲਾ ਬਹੁਤ ਪ੍ਰਸਿੱਧ ਰਹੀ। ਤਾਂ ਇੱਥੇ ਪਾਟਲੀਪੁੱਤਰ ਹੈ। ਤਾਂ ਫਿਰ ਇੱਥੇ ਅਸੀਂ ਦੇਖ ਸਕਦੇ ਹਾਂ, ਤਾਂ ਦੇਖੋ ਗੰਧਾਰ ਦਾ ਖੇਤਰ ਬੁੱਧ ਕਲਾ ਲਈ ਪ੍ਰਸਿੱਧ ਸੀ। ਯੂਨਾਨੀ ਅਤੇ ਭਾਰਤੀ ਜੋ ਇਹ ਗੰਧਾਰ ਕਲਾ ਹੀ ਇਹ ਯੂਨਾਨ, ਗ੍ਰੀਕ, ਇੰਡੋ ਗ੍ਰੀਕ, ਯੂਨਾਨੀ ਅਤੇ ਭਾਰਤੀ ਮਿਲੀ ਜੁਲੀ ਇਸ ਕਲਾ ਨੂੰ ਗੰਧਾਰ ਕਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੁਐਸਚਨ ਆਉਂਦਾ ਵੀ ਗੰਧਾਰ ਕਲਾ ਕਦੋਂ ਪ੍ਰਫੁੱਲਿਤ ਹੋਈ? ਤਾਂ ਕਨਿਸ਼ਕ ਦੇ ਸਮੇਂ, ਕੁਸ਼ਾਣ ਕਾਲ ਦੇ ਸਮੇਂ। ਇਸੇ ਤਰ੍ਹਾਂ ਮਥੁਰਾ ਵੀ ਕਲਾ ਦਾ ਪ੍ਰਸਿੱਧ ਕੇਂਦਰ ਬਣ ਗਿਆ। ਜਿਸ ਤਰ੍ਹਾਂ ਮੌਰੀਆ ਕਾਲ ਸਮੇਂ ਪਾਟਲੀਪੁੱਤਰ, ਵਾਰਾਣਸੀ ਅਤੇ ਤਕਸ਼ੀਲਾ ਪ੍ਰਸਿੱਧ ਵਿੱਦਿਆ ਦੇ ਖੇਤਰ ਸਨ, ਤਾਂ ਕਨਿਸ਼ਕ ਦੇ ਸਮੇਂ, ਕੁਸ਼ਾਣਾਂ ਦੇ ਸਮੇਂ ਇਹ ਸਾਡਾ ਗੰਧਾਰ, ਜਿਸ ਦੀ ਰਾਜਧਾਨੀ ਤਕਸ਼ੀਲਾ, ਗੰਧਾਰ ਕਲਾ ਅਤੇ ਮਥੁਰਾ ਵੀ ਕਲਾ ਦਾ ਪ੍ਰਸਿੱਧ ਕੇਂਦਰ ਬਣ ਗਿਆ। ਕੁਸ਼ਾਣ ਕਾਲ ਵਿੱਚ ਇੱਥੇ ਬਹੁਤ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਕਨਿਸ਼ਕ ਦੇ ਸਮੇਂ ਬੁੱਧ ਦੀ ਮੂਰਤੀ ਪੂਜਾ ਸ਼ੁਰੂ ਹੋਈ। ਕਨਿਸ਼ਕ ਨੇ ਬਹੁਤ ਸਾਰੇ ਸੋਨੇ ਅਤੇ ਤਾਂਬੇ ਦੇ ਸਿੱਕੇ ਵੀ ਜਾਰੀ ਕੀਤੇ। ਉਹ ਇਤਿਹਾਸ ਵਿੱਚ ਇੱਕ ਮਹਾਨ ਸ਼ਾਸਕ ਮੰਨਿਆ ਜਾਂਦਾ ਹੈ। ਕਨਿਸ਼ਕ ਦੇ ਬਾਅਦ ਵਸ਼ਿਸ਼ਕ, ਹੋਬਿਸ਼ਕ, ਵਾਸੁਦੇਵ ਆਦਿ ਕੁਸ਼ਾਣ ਰਾਜਿਆਂ ਨੇ ਰਾਜ ਕੀਤਾ। ਦੇਖੋ ਵਾਸੁਦੇਵ, ਇੱਥੋਂ ਕਲੀਅਰ ਜੀ ਗੱਲ ਹੈ ਕਿ ਭਾਵੇਂ ਇਹ ਚਾਈਨਾ ਵਾਲੇ ਪਾਸਿਓਂ ਆਏ ਸਨ, ਪਰ ਇਹਨਾਂ ਦੇ ਭਾਰਤੀ ਸੱਭਿਅਤਾ ਦਾ ਪ੍ਰਭਾਵ ਪੈ ਗਿਆ ਸੀ। ਇਹਨਾਂ ਨੇ ਨਾਮ ਭਾਰਤੀ ਦੇਵੀ ਦੇਵਤਿਆਂ ਵਾਲੇ ਰੱਖਣੇ ਸ਼ੁਰੂ ਕਰਤੇ ਸੀ, ਵਾਸੁਦੇਵ। ਪਰੰਤੂ ਉਹ ਕਨਿਸ਼ਕ ਵਾਂਗ ਸ਼ਕਤੀਸ਼ਾਲੀ ਨਹੀਂ ਸਨ। ਤੀਜੀ ਸਦੀ ਵਿੱਚ ਕੁਸ਼ਾਣ ਰਾਜ ਦਾ ਅੰਤ ਹੋ ਗਿਆ। ਜੇਕਰ ਅਸੀਂ ਮੌਰੀਆ ਸਾਮਰਾਜ ਨਾਲ ਇਸ ਨੂੰ ਕੰਪੇਅਰ ਕਰੀਏ ਤਾਂ ਤਕਸ਼ੀਲਾ ਤਾਂ ਕੁਸ਼ਾਣ ਕਾਲ ਦੇ ਸਮੇਂ ਗੰਧਾਰ, ਜਿਸ ਦੀ ਰਾਜਧਾਨੀ ਤਕਸ਼ੀਲਾ ਸੀ, ਪਾਟਲੀਪੁੱਤਰ ਅਤੇ ਵਾਰਾਣਸੀ। ਇੱਧਰ ਵਾਰਾਣਸੀ ਉੱਤਰ ਪ੍ਰਦੇਸ਼ ਵਿੱਚ ਹੈ, ਤਾਂ ਇੱਧਰ ਕਨਿਸ਼ਕ ਦੇ ਕਾਲ ਸਮੇਂ ਮਥੁਰਾ। ਇਸਤਰੀਆਂ ਨੂੰ ਪੂਰੀ ਆਜ਼ਾਦੀ ਸੀ। ਵੱਖ ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸਨ ਅਤੇ ਇੱਕ ਦੂਜੇ ਦਾ ਆਦਰ ਕਰਦੇ ਸਨ। ਇਹ ਅਸੀਂ ਲਿਆ ਗਾ ਮੌਰੀਆ ਸਾਮਰਾਜ ਵਾਲੇ ਪਾਠ ਦੇ ਵਿੱਚੋਂ। ਧੰਨਵਾਦ।